जिन्ने भी आ हुण किहा सीगा कि गुरु ग्रंथ साहब के ਸਰੂਪ ਗਾਇਬ ਹੋਏ ਜਦੋਂ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਦਾ ਜ਼ਮੀਰ ਰਿਟਾਇਰਮੈਂਟ ਤੋਂ ਬਾਅਦ ਕਿਉਂ ਜਾਗਦਾ। ਪਹਿਲਾਂ ਤੇ ਲੁੱਟਦੇ ਰਹਿੰਦੇ ਨੇ, ਤਨਖਾਹਾਂ ਲੈਂਦੇ ਰਹਿੰਦੇ ਨੇ। ਪਤਾ ਨਾ ਲਿਆਉਣਾ ਹੋਵੇ ਤੇ ਤੁਸੀਂ ਵੀ ਆਪਣੇ ਘਰੋਂ ਭੇਟਾ ਦੇ ਕੇ ਤੇ ਮਾਨ ਸਤਿਕਾਰ ਦੇ ਨਾਲ ਜੋ ਮਰਿਆਦਾ ਉਹ ਲਿਆ ਸਕਦੇ ਹੋ। ਤੁਹਾਨੂੰ ਚੋਰੀ ਕਰਾਉਣ ਦੀ ਲੋੜ ਕਿਉਂ ਪੈਂਦੀ ਹੈ? ਚੋਰੀ ਕਰਾ ਕੇ ਸਰੂਪ ਉੱਥੇ ਦਿੱਤੇ ਗਏ ਨੇ ਜਿੱਥੇ ਜਾ ਨਹੀਂ ਸੀ ਸਕਦੇ, ਜਿੱਥੇ ਮਨਾਹੀ ਸੀ, ਕੋਈ ਡੇਰੇ ਹੋਣਗੇ ਜਾਂ ਜਿੱਥੇ ਕੋਈ ਮਰਿਆਦਾ ਨਹੀਂ ਹੋਊ। ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਹੈ ਸਾਰੇ ਪਾਸੇ ਕਿ ਦੁਨੀਆ ਦਾ ਇੱਕੋ ਇੱਕ ਗ੍ਰੰਥ ਹੈ ਜਿਹਦੇ ਨਾਂ ਦੇ ਉੱਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਜਾਂਦੀਆਂ। ਮੈਨੂੰ ਕੋਈ ਹੋਰ ਗ੍ਰੰਥ ਦੱਸੋ ਜਿਹਦੇ ਨਾਂ ਤੇ ਹੁੰਦੀਆਂ। ਉਹਨਾਂ ਨੂੰ ਲਿਵਿੰਗ ਗੁਰੂ ਗਿਣਿਆ ਜਾਂਦਾ। ਪਰ ਗੱਲ ਇਹ ਹੈ ਕਿ 328 ਸਰੂਪ ਗਾਇਬ ਨੇ। ਇਹਦਾ ਕ੍ਰਿਮੀਨਲ ਕੇਸ ਕਿਉਂ ਨਹੀਂ ਦਰਜ ਹੋ ਰਿਹਾ? ਕਿਹੜੇ ਜਥੇਦਾਰ ਸਾਹਿਬ ਕੋ IPS ਅਫਸਰ ਨੇ ਇਹਨਾਂ ਨੇ ਕਿਹੜੀ ਏਡੀ ਮਤਲਬ ਟ੍ਰੇਨਿੰਗ ਲਈ ਹੋਈ ਹੈ ਕਿ ਜਿਨ੍ਹਾਂ ਦੇ ਇਸ਼ਾਰਿਆਂ ਤੇ ਜਾਂਦੇ ਰਹੇ ਨੇ, ਜਿਹੜੇ ਚਿੱਟਾਂ ਭੇਜਦੇ ਰਹੇ ਨੇ, ਜਿਹੜੇ ਫੋਨ ਕਰਦੇ ਰਹੇ ਨੇ, ਉਹਨਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਕਾਰਵਾਈ ਕਰ ਸਕਦੀ ਹੈ? ਪਟਿਆਲੇ ਦੇ ਵਿੱਚ ਇੱਕ ਸਰੂਪ ਗਾਇਬ ਹੋਇਆ ਤੇ ਉੱਥੇ ਪਰਚਾ ਵੀ ਦਰਜ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਉੱਥੇ ਜਾ ਕੇ ਕਹਿੰਦਾ ਇੱਟ ਨਾ ਇੱਟ ਖੜਕਾ ਦਿਆਂਗੇ। ਇੱਥੇ 328 ਸਰੂਪ ਗਾਇਬ ਨੇ। ਕੀ ਗੱਲ ਇਹ ਅੰਮ੍ਰਿਤਸਰ ਪਾਕਿਸਤਾਨ 'ਚ ਪੈਂਦਾ? ਇਹ 150 ਮੌਤ ਹੋ ਗਈ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਗੁਟਕਾ ਫੜ ਕੇ ਮਤਲਬ ਗੁਟਕਾ ਸਾਹਿਬ ਫੜ ਕੇ ਹੱਥ ਸਹੁੰ ਖਾਧੀ ਸੀ ਮੈਂ ਪੰਜਾਬ ਨਸ਼ਾ ਮੁਕਤ ਕਰਨਾ, ਤੇ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੇਰਾ ਸੂਬਾ ਹੀ ਨਸ਼ੇ ਦੇ ਸਿਰ ਤੇ ਚੱਲਦਾ, ਸ਼ਰਾਬ ਵਿਕਦੀ ਆ ਤੇ ਮੈਂ ਤਨਖਾਹਾਂ ਦਿੰਦਾ ਵਾ। ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਤ TV ਤੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੇ ਗਿਆਨਵਾਨ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਤੇ ਹੁਣ ਅੱਜ ਆਪਾਂ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ। ਇੱਕ ਤਾਂ 267 ਸਰੂਪਾਂ ਦਾ ਜੋ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ਤੋਂ ਗੁੰਮ ਦੱਸੇ ਗਏ ਸੀ ਤੇ ਉਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਸੀ ਕਿ ਇਹਦੇ ਬਾਰੇ ਜਾਂਚ ਕਮੇਟੀ ਬਣਾਈ ਜਾਵੇ ਤੇ ਜਾਂਚ ਕਮੇਟੀ ਵਾਸਤੇ ਜਸਟਿਸ ਨਵਤਾ ਸਿੰਘ ਤੇ ਵਕੀਲ ਈਸਰ ਸਿੰਘ ਲਏ ਗਏ ਸੀਗੇ ਤੇ ਜਸਟਿਸ ਜਿਹੜੇ ਨਵਤਾ ਸਿੰਘ ਹੈ ਉਹਨਾਂ ਨੇ ਇਹ ਜਿਹੜੀ ਜਾਂਚ ਲਈ ਨਾਂਹ ਕਰਤੀ ਸੀਗੀ ਘਰੇਲੂ ਮਜਬੂਰੀਆਂ ਦਾ ਕਹਿ ਕੇ। ਤੇ ਇਹ ਮੁੱਖ ਜਾਂਚ ਅਧਿਕਾਰੀ ਜਿਹੜੇ ਭਾਈ ਈਸਰ ਸਿੰਘ ਲਾਲਚ ਗਏ ਸੀ ਤੇ ਪਿਛਲੇ ਦਿਨੀ ਜਿਹੜੀ ਲੰਘੇ ਦਿਨੀ ਰਿਪੋਰਟ ਆਈ ਹੈ ਉਹਦੇ ਵਾਸਤੇ ਜਿਹੜੀ ਹੈਗੀ ਹੈ ਮੀਟਿੰਗ ਕੀਤੀ ਗਈ। ਪਟਨਾ ਸਾਹਿਬ ਦੇ ਜਥੇਦਾਰ, ਕੇਸਗੜ੍ਹ ਸਾਹਿਬ ਦੇ ਜਥੇਦਾਰ, ਅਕਾਲ ਤਖਤ ਸਾਹਿਬ ਜਥੇਦਾਰ, ਦਰਬਾਰ ਸਾਹਿਬ ਦੇ ਗ੍ਰੰਥੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰਾ ਸਾਹਿਬਾਨਾਂ 'ਚ ਇੱਕ ਪਿਆਰਾ ਲੈ ਕੇ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ, ਸਿੰਘ ਸਾਹਿਬਾਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ 267 ਸਰੂਪ ਨਹੀਂ 328 ਸਰੂਪ ਘੱਟ ਸੀਗੇ ਤੇ ਇਸ ਕਰਕੇ ਜਿਹੜੀ ਇਹਦੀ ਜਾਂਚ ਕਰਕੇ ਜਾਂਚ ਹੋਈ ਹੈ ਉਹਦੇ 'ਤੇ ਜਿਹੜੀ ਕਾਰਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਿਮ ਕਮੇਟੀ ਦੀ ਮੀਟਿੰਗ ਕਰਕੇ ਕਰੇ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਜਾਂਚ ਵਾਸਤੇ ਕਿਹਾ ਸੀ ਤੇ ਅਕਾਲ ਤਖਤ ਸਾਹਿਬ ਨੇ ਹੁਣ ਉਹਨਾਂ ਨੂੰ ਕਹਿਤਾ। ਤੇ ਆਪਣੇ ਨਾਲ ਗੱਲਬਾਤ ਅੱਜ ਕਰਨਗੇ ਮਸ਼ਹੂਰ ਜਿਹੜੇ ਸਮਾਜ ਸੇਵੀ ਨੇ ਮਨਦੀਪ ਸਿੰਘ ਮੰਨਾ, ਜੋ ਅਕਸਰ ਹੀ ਜਿਹੜੀਆਂ ਸੋਸ਼ਲ ਸਾਈਟਾਂ 'ਤੇ ਇਹਨਾਂ ਦਾ ਨਾਮ ਹੈ ਕਿਉਂਕਿ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਪੰਜਾਬ ਦੇ ਲੋਕਾਂ ਦੇ ਸਨਮੁਖ ਰੱਖਦੇ ਨੇ। ਤੁਹਾਡਾ ਪ੍ਰੋਗਰਾਮ ਸਵਾਗਤ ਹੈ ਜੀ। ਧੰਨਵਾਦ ਜੀ। ਲੋਕਮਤ TV ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। 267 ਸਰੂਪਾਂ ਜਿਵੇਂ ਆਪਾਂ ਗੱਲ ਕਰੀਏ ਵੀ ਜਿਵੇਂ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਹਾ ਸੀ ਤੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਵੀ ਸਾਬਕਾ ਜਿਹੜੇ ਜੱਜ ਤੋਂ ਕਰਵਾਉਣਾ ਸੀਗਾ, ਸਿੱਖ ਜੱਜ ਤੋਂ, ਕਿ ਉਹ ਵਿੱਚ ਛੱਡ ਜਾਂਦੇ ਆ। ਹੁਣ ਤੁਸੀਂ ਇਹਨੂੰ ਸਹੀ ਮੰਨਦੇ ਹੋ ਜਾਂਚ ਨੂੰ? ਇੱਕ ਵਕੀਲੀ ਮੁੱਖ ਜਾਂਚ ਅਧਿਕਾਰੀ ਰਿਹਾ। ਦੇਖੋ ਇਹ ਬਦਕਿਸਮਤੀ ਹੈ ਕਿ ਅਕਾਲ ਤਖਤ ਤੋਂ 2 ਜੱਜ ਜਿਹੜੇ ਅਪੁਆਇੰਟ ਕੀਤੇ ਗਏ ਸੀ, ਬੀਬੀ ਨਵਤਾ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਵਕੀਲ ਸੀਗੇ ਉਹਨਾਂ ਦੇ ਜਿਹਨਾਂ ਨੇ ਸਹਿਯੋਗ ਦੇਣਾ ਸੀ ਭਾਈ ਈਸ਼ਰ ਸਿੰਘ। ਅਕਾਲ ਤਖਤ ਦਾ ਹੁਕਮ ਹੈ ਜਿਹੜਾ ਉਹ ਮੈਨੂੰ ਹੋ ਜਾਵੇ, ਕਿਸੇ ਨੂੰ ਵੀ ਹੋ ਜਾਵੇ, ਉਹ ਮੰਨਣਯੋਗ ਹੈ ਕਿ ਹਰ ਬੰਦੇ ਨੂੰ ਮੰਨਣਾ ਹੈ। ਕਿੰਨੀ ਕੁ ਉਹਨਾਂ ਦੀ ਮਜਬੂਰੀ ਰਹੀ ਹੋਊਗੀ ਜਾਂ ਕਿੰਨਾ ਕੁ ਜਿਹੜਾ ਨਵਤਾ ਸਿੰਘ ਹੋਣਾ ਦੇ ਉੱਤੇ ਦਬਾਅ ਹੋਊਗਾ ਜਿਹੜੇ ਜੱਜ ਸੀਗੇ ਰਿਟਾਇਰ ਹੋਏ ਵੀ ਉਹਨਾਂ ਨੇ ਇਹ ਜਾਂਚ ਜਿਹੜੀ ਕਰਨ ਤੋਂ ਇਨਕਾਰ ਕਰ ਦਿੱਤਾ। ਕਾਰਨ ਕੀ ਸੀਗਾ ਕਿ ਪਿਛਲੇ 2 ਜੱਜਾਂ ਨੇ ਜਾਂਚ ਕੀਤੀਆਂ ਸੀਗੀਆਂ, ਜਸਟਿਸ ਜ਼ੋਰਾ ਸਿੰਘ ਨੇ ਤੇ ਜਸਟਿਸ ਰਣਜੀਤ ਸਿੰਘ ਨੇ। ਜਾਂਚ ਤੋਂ ਬਾਅਦ ਇੱਕ ਧਿਰ ਵੱਲੋਂ ਕਿਸ ਤਰ੍ਹਾਂ ਮਤਲਬ ਮਜ਼ਾਕ ਉਡਾਇਆ ਗਿਆ ਜੁਡੀਸ਼ਲੀ ਦਾ, ਜੋ ਵੀ ਆ, ਜੋ ਭੱਦੇ ਕਮੈਂਟ ਕੀਤੇ ਗਏ, ਤੇ ਮੇਰਾ ਖਿਆਲ ਹੈ ਨਵਤਾ ਸਿੰਘ ਵੀ ਉਹ ਇਸ ਕਰਕੇ ਇਹਨਾਂ ਤੋਂ ਕੰਨੀ ਕਤਰਾ ਗਏ। ਇਹ ਤਰਾਸਦੀ ਹੈ ਇਸ ਕੌਮ ਦੀ ਕਿ ਐਡੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਸੀਗੀ ਔਰ ਉਹ ਕਹਿਣ ਨੂੰ ਤੇ ਘਰੇਲੂ ਮਜਬੂਰੀਆਂ। ਕਾਹਦੀ ਘਰੇਲੂ ਮਜਬੂਰੀ? ਅਸਲ ਦੇ ਵਿੱਚ ਇਹ ਜਦੋਂ ਨਿਆਂ ਹੀ ਨਹੀਂ ਦਿੰਦੇ, ਉਹਨਾਂ ਨੂੰ ਪਤਾ ਸੀ ਮੇਰੇ ਤੇ ਦਬਾਅ ਪੈਣਾ ਕਿ ਜਾਂਚ ਜਿਹੜੀ ਹੈ ਬਾਦਲਾਂ ਦੇ ਹੱਕ 'ਚ ਕਰੋ ਜਾਂ ਕਿਸੇ ਤਰੀਕੇ ਵੀ ਆਪਣੀ ਮਰਜ਼ੀ ਨਾਲ ਕਰੋ, ਤੇ ਉਹ ਆਪਣੇ ਫਰਜ਼ ਪ੍ਰਤੀ, ਮੈਂ ਤੇ ਅੱਗੇ ਕਿਹਾ ਵੀ ਹਰ ਸਿੱਖ ਜਿਹੜਾ ਬਾਦਲ ਵਰਗਾ ਨਹੀਂ ਹੁੰਦਾ, ਉਹ ਕਿਤੇ ਕੰਨੀ ਕਤਰਾ ਗਏ ਇਸ ਜਾਂਚ ਤੋਂ। ਦੂਜੀ ਚੀਜ਼, ਮੈਂ ਕੱਲ੍ਹ ਵੀ ਇਹ ਗੱਲ ਬੋਲ ਕੇ ਹਟਿਆ ਕਿ ਦੇਖੋ ਕਿਸੇ ਗੁਰਦੁਆਰੇ ਦੇ ਵਿੱਚ ਜਾਂ ਬਾਹਰ ਕਿਤੇ ਕੋਈ ਧਾਰਮਿਕ ਕਤਾਈ ਹੋਈ ਹੋਵੇ ਨਾ ਤੇ ਉਹਦਾ ਨੋਟਿਸ ਸ਼੍ਰੋਮਣੀ ਕਮੇਟੀ ਲੈ ਸਕਦੀ ਹੈ।
ਉਹਦੇ ਉੱਤੇ ਕਾਰਵਾਈ ਜਾਂ ਸਜ਼ਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਣਾ ਸਕਦੇ ਨੇ। ਇਹ ਕ੍ਰਿਮੀਨਲ ਅਫੈਂਸ ਹੈ। ਜਿਹੜਾ ਤੇ ਉੱਥੇ ਪਛਤਾਤਾਪ ਨਹੀਂ ਹੋਇਆ ਉਹਦੇ ਬਾਰੇ ਤੇ ਇਹਨਾਂ ਉਹਨਾਂ ਨੂੰ ਕਿਹਾ ਵੀ ਪੁਰਾਣਾ ਜਿਹੜਾ ਚੀਫ ਸੈਕਟਰੀ ਸੀਗਾ ਉਹ ਆਵੇ, ਇਹਦੇ ਜਿਹੜੇ ਦੋਸ਼ੀ ਅਧਿਕਾਰੀ ਨੇ ਉਹ ਦੱਸੇ ਜਾਣ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ 2016 'ਚ ਅੱਗ ਲੱਗੀ ਸੀ, 2016 ਤੋਂ ਬਾਅਦ ਜਿਹੜੇ ਅਧਿਕਾਰੀ ਲੱਗੇ ਰਹੇ ਉਹਨਾਂ ਨੇ ਕੀ ਕੀਤਾ? ਉਹ ਜ਼ਿੰਮੇਵਾਰ ਨਹੀਂ ਹੈਗੇ। ਕਾਰਨ ਕੀ? ਉਹ ਪਹਿਲਾਂ ਜਿਹੜਾ ਚੀਫ ਸੈਕਟਰੀ ਸੀ ਉਹ ਇਹਨਾਂ ਦੇ ਉਲਟ ਬੋਲਦਾ, ਜਿਹੜਾ ਹਰਚਰਨ ਸਿੰਘ ਸੀਗਾ, ਅੱਜ ਕੱਲ੍ਹ ਉਹਨੂੰ ਸੱਦ ਲੈਣਗੇ, ਉਹਨੂੰ ਸਜ਼ਾ ਸੁਣਾ ਦੇਣਗੇ। ਉਹਨੂੰ ਵੀ ਮੈਂ ਕਹੂੰਗਾ ਵੀ ਉਹਨਾਂ ਨੇ ਹੁਣ ਬੋਲਣਾ ਸ਼ੁਰੂ ਕੀਤਾ। ਮੇਰੇ ਨਾਲੋਂ ਉਮਰ 'ਚ ਬੜੇ ਵੱਡੇ ਨੇ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਚਾਹੇ ਉਹ ਛੋਟੇ ਲੈਵਲ ਦੇ ਨੇ ਚਾਹੇ ਉਹ ਵੱਡੇ ਲੈਵਲ ਦੇ ਨੇ, ਜਿੰਨੇ ਵੀ ਆ ਹੁਣ ਕਿਹਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਜਦੋਂ ਰਿਟਾਇਰ ਹੋਣ ਤੋਂ ਬਾਅਦ। ਇਹਨਾਂ ਦਾ ਜ਼ਮੀਰ ਰਿਟਾਇਰਮੈਂਟ ਤੋਂ ਬਾਅਦ ਕਿਉਂ ਜਾਗਦਾ? ਪਹਿਲਾਂ ਤਾਂ ਲੁੱਟਦੇ ਰਹਿੰਦੇ ਨੇ, ਤਨਖਾਹਾਂ ਲੈਂਦੇ ਰਹਿੰਦੇ ਨੇ, ਉਸ ਤੋਂ ਬਾਅਦ ਜਦੋਂ ਰਿਟਾਇਰ ਹੋ ਜਾਂਦੇ ਨੇ ਫਿਰ ਇਹ ਗਲਤੀਆਂ ਜਿਹੜੀਆਂ ਇਹਨਾਂ ਨੂੰ ਪਤਾ ਵੀ ਕਿਤੇ ਨਾ ਕਿਤੇ ਸੰਗਤ ਨੇ ਫੜ ਲੈਣੀਆਂ ਤੇ ਸੱਚੇ ਹੋਣ ਲਈ ਇਹਨਾਂ ਦਾ ਜ਼ਮੀਰ ਜਾਗ ਜਾਂਦਾ ਵਾ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਉਹ ਤੇ ਤੁਸੀਂ ਪਛਤਾਤਾਪ ਲਈ ਸੱਦ ਲਏ, ਉਹਨਾਂ ਨੂੰ ਸਜ਼ਾ ਸੁਣਾਓ, ਜੋ ਮਰਜ਼ੀ ਕਰੋ। ਜਿਹੜੇ ਗੁਰੂ ਗ੍ਰੰਥ ਸਾਹਿਬ ਗਾਇਬ ਹੋਏ ਆ, ਜਿਹੜੇ ਖਾਤੇ ਦੇ ਵਿੱਚ ਚੜ੍ਹੇ ਨਹੀਂ, ਕੱਲ ਤੁਸੀਂ ਆਪ ਮੰਨੇ ਹੋ ਕਿ ਇਹਨਾਂ ਲੈਜਰਾਂ 'ਚ ਹੇਰਾ ਫੇਰੀਆਂ ਕੀਤੀਆਂ ਨੇ, ਸਾਰਾ ਕੁਝ ਕੀਤਾ ਹੈ, ਇੱਕ ਚੋਰੀ ਹੈ। ਉਹ ਚੋਰੀ ਕਰਕੇ ਦਿੱਤੇ ਕਿਹਨਾਂ ਨੂੰ? ਗੁਰੂ ਮਹਾਰਾਜ ਦੀ ਜਿਹੜੀ ਸਰੂਪ ਦੀ ਭੇਟਾ ਹੈ ਉਹ ਕੋਈ ਬਹੁਤੀ ਨਹੀਂ ਹੈਗੀ। ਤੁਸੀਂ ਵੀ ਮਰਿਆਦਾ ਨਾਲ ਲਿਆਉਣਾ ਹੋਵੇ ਤੇ ਤੁਸੀਂ ਵੀ ਆਪਣੇ ਘਰੋਂ ਭੇਟਾ ਦੇ ਕੇ ਤੇ ਮਾਨ ਸਤਿਕਾਰ ਦੇ ਨਾਲ ਜੋ ਮਰਿਆਦਾ ਉਹ ਲਿਆ ਸਕਦੇ ਹੋ। ਤੁਹਾਨੂੰ ਚੋਰੀ ਕਰਾਉਣ ਦੀ ਲੋੜ ਕਿਉਂ ਪੈਂਦੀ ਹੈ? ਚੋਰੀ ਕਰਾ ਕੇ ਸਰੂਪ ਉੱਥੇ ਦਿੱਤੇ ਗਏ ਨੇ ਜਿੱਥੇ ਜਾ ਨਹੀਂ ਸੀ ਸਕਦੇ, ਜਿੱਥੇ ਮਨਾਹੀ ਸੀ, ਕੋਈ ਡੇਰੇ ਹੋਣਗੇ ਜਾਂ ਜਿੱਥੇ ਕੋਈ ਮਰਿਆਦਾ ਨਹੀਂ ਹੋਊਗੀ। ਚੋਰੀ ਮੈਂ ਤੁਹਾਨੂੰ ਫਿਰ ਕਹਿੰਦਾ ਕਿ ਗੁਰਦੁਆਰੇ ਦੇ ਵਿੱਚ ਜੇ ਕੋਈ ਧਾਰਮਿਕ ਕਤਾਈ ਹੋਵੇ ਤੇ ਉਹਦੀ ਜਾਂਚ ਤੇ ਸਿੰਘ ਸਾਹਿਬ ਕਰਨਗੇ, ਉਹਦੀ ਜਾਂਚ ਤੇ ਸ਼੍ਰੋਮਣੀ ਕਮੇਟੀ ਕਰੂਗੀ। ਇਹ ਕ੍ਰਿਮੀਨਲ ਅਫੈਂਸ ਹੈ। ਮੈਂ ਗੁਰਦੁਆਰੇ ਦੇ ਵਿੱਚ ਜਾ ਕੇ ਕਿਸੇ ਨੂੰ ਸੱਟ ਪੇਟ ਲਾ ਦਿੰਦਾ, ਮੈਂ ਕੋਈ ਚੋਰੀ ਕਰ ਦਿੰਦਾ ਤੇ ਮੈਨੂੰ ਕੋਈ ਧਾਰਮਿਕ ਸਜ਼ਾ ਥੋੜ੍ਹੀ ਸੁਣਾਈ ਜਾਣੀ ਆ। ਮੈਨੂੰ ਇਹਦੇ ਵਿੱਚ ਕ੍ਰਿਮੀਨਲ ਸਜ਼ਾ ਸੁਣਾਈ ਜਾਣੀ, ਜਿਹਦਾ ਬਕਾਇਦਾ ਸ਼੍ਰੋਮਣੀ ਕਮੇਟੀ ਲਿਖੂਗੀ ਵੀ ਪੁਲਿਸ ਪਰਚਾ ਦਰਜ ਕਰੇ। ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ? ਕਾਰਨ ਕੀ ਹੈ? ਜਦੋਂ ਵਿਧਾਨ ਸਭਾ 'ਚ ਪਾਸ ਹੋ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਨੇ, ਸੁਪਰੀਮ ਕੋਰਟ ਮੰਨ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਲਿਵਿੰਗ ਗੁਰੂ ਨੇ। ਵੇਖੋ ਇਹ ਬੜਾ ਵੱਡਾ ਇਤਿਹਾਸ ਹੈ। ਮੈਂ ਕੋਈ ਬਹੁਤਾ ਕੱਟਣ ਨਹੀਂ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਇਹਦੀ ਮਾਨਤਾ ਹੈ ਸਾਰੇ ਪਾਸੇ ਕਿ ਦੁਨੀਆ ਦਾ ਇੱਕੋ ਇੱਕ ਗ੍ਰੰਥ ਹੈ ਜਿਹਦੇ ਨਾਂ ਦੇ ਉੱਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਜਾਂਦੀਆਂ। ਮੈਨੂੰ ਕੋਈ ਹੋਰ ਗ੍ਰੰਥ ਦੱਸੋ ਜਿਹਦੇ ਨਾਂ 'ਤੇ ਹੁੰਦੀਆਂ। ਉਹਨਾਂ ਨੂੰ ਲਿਵਿੰਗ ਗੁਰੂ ਗਿਣਿਆ ਜਾਂਦਾ। 267 ਜਿਹੜੇ ਗਾਇਬ ਹੋਏ, ਜਦੋਂ ਮੈਂ ਮੁੱਦਾ ਚੁੱਕਿਆ ਸੀਗਾ, ਇਹ 2 ਜੁਲਾਈ ਦਾ ਟਾਈਮ ਸੀਗਾ ਮੇਰੇ ਖਿਆਲ। ਉਸ ਤੋਂ ਬਾਅਦ ਇਹਨਾਂ 12 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਸਿੰਘ ਸਾਹਿਬ ਇਹਦੀ ਜਾਂਚ ਕਰਨਗੇ। ਕੱਲ੍ਹ ਇਸ ਤੋਂ ਪਹਿਲਾਂ 4 ਦਿਨ ਪਹਿਲਾਂ ਵੇਖੋ 5-7 ਦਿਨ ਪਹਿਲਾਂ ਸਿੰਘ ਸਾਹਿਬ ਦਾ ਇੱਕ ਬਿਆਨ ਆਉਂਦਾ, ਅੰਗਰੇਜ਼ੀ ਦੀ ਬੜੀ ਵੱਡੀ ਅਖਬਾਰ ਦੇ ਵਿੱਚ ਛਪਦਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਗਾਇਬ ਨੇ ਉਹ ਛਪੇ ਹੀ ਨਹੀਂ ਹੈਗੇ। ਮੈਂ ਕੱਲ੍ਹ ਵੀ ਕਿਹਾ ਸੀ ਕਿ ਚੁੰਡੀ ਵੱਢ ਕੇ ਵੇਖਦੇ ਨੇ, ਜਿਸ ਤਰ੍ਹਾਂ ਬੱਚੇ ਨੂੰ ਟੀਕਾ ਲਾਉਣਾ ਹੋਵੇ ਤਾਂ ਉਹਨੂੰ ਪਹਿਲਾਂ ਇੱਕ ਚੁੰਡੀ ਵੱਢੀ ਦੀ ਹੈ ਤੇ ਜੇ ਉਹ ਝੱਲ ਜਾਵੇ ਤੇ ਪੂਰਾ ਟੀਕਾ ਠੋਕ ਦਿੱਤਾ ਜਾਂਦਾ। ਸਿੰਘ ਸਾਹਿਬ ਨੇ ਉਹ ਚੁੰਡੀ ਵੱਢ ਕੇ ਵੇਖੀ ਸੰਗਤ ਨੂੰ ਵੀ ਕਿਤੇ ਵਿਰੋਧ ਨਹੀਂ ਹੁੰਦਾ। ਜਦੋਂ ਵਿਰੋਧ ਹੋਇਆ ਤੇ ਸਿੰਘ ਸਾਹਿਬ ਕਹਿੰਦੇ ਨੇ ਮੈਂ ਸਟੇਟਮੈਂਟ ਹੀ ਨਹੀਂ ਦਿੱਤੀ। ਜੇ ਤੁਹਾਡੀ ਸਟੇਟਮੈਂਟ ਕਿਸੇ ਅਖਬਾਰ ਨੇ, ਐਡੀ ਵੱਡੀ ਮਤਲਬ ਸਰਮੌਰ ਸੰਸਥਾ ਦੇ ਤੁਸੀਂ ਮੁਖੀ ਹੋ, ਤੁਹਾਡੀ ਸਟੇਟਮੈਂਟ ਕਿਸੇ ਅਖਬਾਰ ਨੇ ਗਲਤ ਦੇ ਦਿੱਤੀ ਤੇ ਤੁਸੀਂ ਉਹਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕਰਾਇਆ? ਤੁਸੀਂ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਾਈ? ਕਾਹਦਾ ਤੁਹਾਨੂੰ ਡਰ ਸਤਾਉਂਦਾ? ਤੁਸੀਂ ਸਿਰਫ ਸੰਗਤ ਨੂੰ ਚੁੰਡੀ ਵੱਢ ਕੇ ਵੇਖੀ ਸੀ। ਮੈਂ ਫਿਰ ਰੌਲਾ ਪਾਇਆ। ਕੱਲ੍ਹ ਜਿਹੜੀ ਇਹਨਾਂ ਜਾਂਚ ਮਹੀਨੇ ਦੇ ਵਿੱਚ ਦੇਣੀ ਸੀ, 1.5 ਮਹੀਨੇ ਬਾਅਦ, 1.25 ਮਹੀਨੇ ਬਾਅਦ ਇਹਨਾਂ ਉਹਦੀ ਰਿਪੋਰਟ ਜਾਰੀ ਕੀਤੀ ਹੈ। ਮੈਂ ਧੰਨਵਾਦ ਕਰਦਾ ਜਥੇਦਾਰ ਸਾਹਿਬ ਦਾ ਕਿ ਜਿਨ੍ਹਾਂ 267 ਦੇ 328 ਜਿਹੜੇ ਸਰੂਪ ਉਹ ਕਹਿ ਦਿੱਤਾ ਗਾਇਬ ਨੇ। ਚਲੋ ਈਸ਼ਰ ਸਿੰਘ ਹੋਣਾ ਨੇ ਜਿਹੜੇ ਵੀ ਉਹ ਮਾਣਯੋਗ ਵਕੀਲ ਰਹੇ ਨੇ, ਉਹਨਾਂ ਵਧੀਆ ਇਨਕੁਆਇਰੀ ਕੀਤੀ ਹੈ। ਪਰ ਗੱਲ ਇਹ ਹੈ ਕਿ 328 ਸਰੂਪ ਗਾਇਬ ਨੇ, ਇਹਦਾ ਕ੍ਰਿਮੀਨਲ ਕੇਸ ਕਿਉਂ ਨਹੀਂ ਦਰਜ ਹੋ ਰਿਹਾ? ਕਿਹੜੇ ਜਥੇਦਾਰ ਸਾਹਿਬ ਕੋ IPS ਅਫਸਰ ਨੇ, ਇਹਨਾਂ ਨੇ ਕਿਹੜੀ ਏਡੀ ਮਤਲਬ ਟ੍ਰੇਨਿੰਗ ਲਈ ਹੋਈ ਹੈ ਕਿ ਆਪੇ ਸਰਚ ਕਰਕੇ ਸਰੂਪ ਵੀ ਬਰਾਮਦ ਕਰ ਲੈਣਗੇ, ਸਾਰਾ ਕੁਝ ਕਰ ਲੈਣਗੇ? ਪੁਲਿਸ ਦੀ ਹੈਲਪ ਜਾਂ ਕਿਸੇ ਵੀ ਏਜੰਸੀ ਦੀ, ਚਾਹੇ CBI ਕਹਿ ਲਓ ਚਾਹੇ ਕੋਈ ਵੀ ਹੈ, ਕਿਉਂ ਨਹੀਂ ਲਈ ਜਾ ਰਹੀ? ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਹਨਾਂ ਕਹਿ ਦਿੱਤਾ ਕਿ ਉਹਨਾਂ ਨੂੰ ਸਜ਼ਾ ਸੁਣਾਓ, ਉਹਨਾਂ ਨੂੰ ਤਲਬ ਕਰਕੇ ਅਕਾਲੀ ਦਲ ਦੇ ਉੱਤੇ ਅਕਾਲ ਤਖਤ ਦੇ ਉੱਤੇ ਪੇਸ਼ ਕਰਾਓ। ਉਹ ਤਲਬ ਹੋ ਜਾਣਗੇ। ਉਹਨਾਂ ਨੂੰ ਤੁਸੀਂ ਤਨਖਾਹੀਏ ਕਰਾਰ ਦੇ ਦਿਓਗੇ, ਕਿਸੇ ਕੋ ਮਤਲਬ ਜੋੜਿਆਂ ਦੀ ਸੇਵਾ ਕਰਾ ਲਓਗੇ, ਕਿਸੇ ਕੋ ਭਾਂਡਿਆਂ ਦੀ ਕਰਾ ਲਓਗੇ। ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਆ ਜਾਣੇ ਨੇ। ਜਿਨ੍ਹਾਂ ਦੇ ਇਸ਼ਾਰਿਆਂ 'ਤੇ ਜਾਂਦੇ ਰਹੇ ਨੇ, ਜਿਹੜੇ ਚਿੱਟਾਂ ਭੇਜਦੇ ਰਹੇ ਨੇ, ਜਿਹੜੇ ਫੋਨ ਕਰਦੇ ਰਹੇ ਨੇ, ਉਹਨਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਕਾਰਵਾਈ ਕਰ ਸਕਦੀ ਹੈ। ਇਹ ਸੁਖਬੀਰ ਸਿੰਘ ਬਾਦਲ ਨੇ ਜਦੋਂ ਡੇਰੇ ਨੂੰ ਮਾਫੀ ਦਿੱਤੀ ਸੀ, ਇਹਨੇ ਕਿੰਨੇ ਸਰੂਪ ਭੇਜੇ, ਇਹਦੇ ਖਿਲਾਫ ਕਾਰਵਾਈ ਕਰ ਸਕਦੀ ਹੈ। ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ। ਔਰ ਕੱਲਾ ਮੈਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਕਹਿੰਦਾ, ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਤੇ ਸੂ ਮੋਟੋ ਲੈਣਾ ਚਾਹੀਦਾ ਕਿ ਜਦੋਂ ਅਕਾਲ ਤਖਤ ਤੋਂ ਇੱਕ ਬਿਆਨ ਆ ਚੁੱਕਾ ਕਿ ਇੰਨੇ ਸਰੂਪ ਗਾਇਬ ਨੇ, ਤੁਸੀਂ ਕਿਹਨੂੰ ਉਡੀਕਦੇ ਹੋ? ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰ ਰਹੇ? ਪਟਿਆਲੇ ਦੇ ਵਿੱਚ ਇੱਕ ਸਰੂਪ ਗਾਇਬ ਹੋਇਆ ਤੇ ਉੱਥੇ ਪਰਚਾ ਵੀ ਦਰਜ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਉੱਥੇ ਜਾ ਕੇ ਕਹਿੰਦਾ ਇੱਟ ਨਾ ਇੱਟ ਖੜਕਾ ਦਿਆਂਗੇ। ਇੱਥੇ 328 ਸਰੂਪ ਗਾਇਬ ਨੇ। ਕੀ ਗੱਲ ਇਹ ਅੰਮ੍ਰਿਤਸਰ ਪਾਕਿਸਤਾਨ 'ਚ ਪੈਂਦਾ? ਇੱਥੇ ਕੋਈ IPC ਵੱਖਰੀ ਚੱਲਦੀ ਹੈ? ਇਹਨੂੰ ਕੋਈ ਵੱਖਰਾ ਮਤਲਬ ਪੰਜਾਬ ਦਾ ਕਾਨੂੰਨ ਲੱਗਦਾ? ਸਿਰਫ ਤੇ ਸਿਰਫ ਇੱਕ ਫਿਕਸ ਮੈਚ ਹੈ। ਮੈਂ ਫਿਰ ਕਹਿੰਦਾ ਕਿ ਕਮਿਟਮੈਂਟ ਹੈ ਇੱਕ ਦੂਜੇ ਦੇ ਨਾਲ। ਮੰਨਾ ਜੀ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਨੂੰ ਕਿਹਾ ਸੀ ਵੀ ਕਾਰਵਾਈ ਕਰੋ, ਫਿਰ ਇਹਨੇ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਨੇ ਕਹਿ ਦਿੱਤਾ। ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ? ਮੈਂ ਤੈਨੂੰ ਲੈਣਾ ਜੀ ਖੇਡ ਹੈ।
ਸਿਰਫ ਤੇ ਸਿਰਫ ਜਿਹੜੀ ਅਕਾਲ ਤਖਤ ਨੇ ਜਾਂਚ ਕੀਤੀ ਉਹਦਾ ਇੱਕ ਹੀ ਕਾਰਨ ਸੀਗਾ ਕਿ ਬਾਦਲਾਂ ਦੇ ਉੱਤੇ ਕੋਈ ਆਂਚ ਨਾ ਹੋਵੇ। ਪਰ ਇਹ ਦੋਸ਼ੀ ਨੇ, ਮੈਂ ਤੁਹਾਨੂੰ ਦੱਸਦਾ, ਇਹਦੇ ਉੱਤੇ ਤੇ ਮੇਰਾ ਖਿਆਲ ਹੈ ਕਿ ਫੌਰੀ ਤੌਰ ਦੇ ਉੱਤੇ ਪਰਚਾ ਦਰਜ ਕਰਕੇ ਇਹਨਾਂ ਤੇ 3rd ਡਿਗਰੀ ਜਿਹੜੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਆ। ਮੇਰਾ ਖਿਆਲ ਆ ਵੀ ਇੱਕ ਦਿਨ ਦੇ ਵਿੱਚ ਜਿਹੜੇ 328 ਸਰੂਪ ਨੇ ਬਰਾਮਦ ਹੋ ਸਕਦੇ ਨੇ। ਕਾਰਨ ਕੀ ਹੈ? ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਕਦੀ ਉਹ ਇਹਨਾਂ ਦੇ ਪਾਲੇ ਸੁੱਟ ਦਿੰਦੇ ਨੇ, ਕਦੀ ਉਹ ਸੁੱਟ ਦਿੰਦੇ ਨੇ। ਅੱਜ 1.5 ਮਹੀਨੇ ਤੋਂ ਜਦੋਂ ਸਰੂਪ ਇੱਕ ਬੰਦਾ ਕੰਪਲੇਂਟ ਕਰ ਚੁੱਕਾ, ਜਿਹੜਾ ਇੱਥੋਂ ਦਾ ਸੁਪਰਵਾਈਜ਼ਰ ਸੀ, ਜਿਹੜਾ ਹੈੱਡ ਸੀਗਾ, ਉਹਨੇ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਦਿੱਤੀ ਕਿ ਗੁਰੂ ਮਹਾਰਾਜ ਦੇ ਸਰੂਪ ਗਾਇਬ ਨੇ ਜੀ। ਉਸ ਤੋਂ ਬਾਅਦ SGPC ਦੇ ਮੈਂਬਰ ਬਲਵਿੰਦਰ ਸਿੰਘ ਬੈਂਸ, ਜਿਹੜੇ ਸਰਕਾਰ ਦੇ ਵਿੱਚ MLA ਵੀ ਨੇ, ਉਹ ਇੱਥੇ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਕਰਕੇ ਜਾਂਦੇ ਨੇ ਕਿ ਇਹ ਸਰੂਪ ਗਾਇਬ ਨੇ, ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਉਹ ਮਨੁੱਖੀ ਅਧਿਕਾਰ ਦਾ ਉਹਨਾਂ ਦਾ ਵਿੰਗ ਚੱਲਦਾ, ਉਹਨਾਂ ਨੇ ਚੀਫ ਸੈਕਟਰੀ ਨੂੰ ਇੱਕ ਸ਼ਿਕਾਇਤ ਕੀਤੀ ਹੋਈ ਆ। ਪਰਚਾ ਕਿਉਂ ਨਹੀਂ ਪਰਚਾ ਦਰਜ ਕੀਤਾ ਜਾ ਰਿਹਾ? ਕੈਪਟਨ ਅਮਰਿੰਦਰ ਸਿੰਘ ਕੀ ਵੇਂਦੇ ਨੇ? ਉਹਨਾਂ ਦੇ ਪਟਿਆਲੇ ਸ਼ਹਿਰ ਜਾ ਕੇ ਗਾਲਾਂ ਕੱਢਦੇ ਨੇ ਪੁਲਿਸ ਨੂੰ ਕਾਲੀ ਸਾਰੇ, ਤੇ ਇੱਥੇ ਉਹ ਪਰਚਾ ਦਰਜ ਕਰ ਸਕਦੇ ਨੇ। ਕਾਰਨ ਕੀ ਆ? ਦੋਵੇਂ ਇੱਕ ਦੂਜੇ ਨੂੰ ਬਚਾਉਣ ਤੇ ਲੱਗੇ ਆ ਤੇ ਅਸੀਂ ਜਨਤਾ ਜਿਹੜੀ ਸ਼ਦਾਈ ਬਣ ਰਹੀ ਆ, ਹੋਰ ਤੇ ਕਾਰਨ ਹੀ ਕੋਈ ਨਹੀਂ ਹੈਗਾ। ਅੱਛਾ, ਇੱਕ ਜਿਹੜਾ ਕੱਲ ਇੱਕ ਫੈਸਲਾ ਸਿੰਘ ਸਾਹਿਬਾਨਾਂ ਵੱਲੋਂ ਇਹ ਵੀ ਲਿਆ ਗਿਆ ਜੀ ਵੀ ਜਿਹੜੇ ਪ੍ਰਚਾਰਕ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੁਣਨਾ ਨਹੀਂ ਲੋਕਾਂ ਨੇ। ਜੇ ਕੋਈ ਜੋ ਉਹਦਾ ਪ੍ਰੋਗਰਾਮ ਕਰਾਊਗਾ, ਪ੍ਰਬੰਧਕ ਮੰਨ ਲਓ ਜ਼ਿੰਮੇਵਾਰ ਹੋਣਗੇ ਜੇ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ। ਅਤੇ ਦੂਸਰਾ ਵੀ ਉਹਦੀ ਵੀਡੀਓ ਨੂੰ ਸ਼ੇਅਰ ਨਾ ਕੀਤਾ ਜਾਵੇ। ਦੂਜੇ ਪਾਸੇ ਇਕਬਾਲ ਸਿੰਘ, ਜਿਹੜੇ ਗਿਆਨੀ ਇਕਬਾਲ ਸਿੰਘ ਨੇ ਕਿਹਾ ਸੀ ਵੀ ਲਵ ਕੁਸ਼ ਦੀ ਔਲਾਦ ਹੈ। ਨਰਿੰਦਰ ਮੋਦੀ ਜੀ ਬੋਲੇ ਸੀ ਵੀ ਗੋਬਿੰਦ ਰਮਾਇਣ ਗੁਰੂ ਗੋਬਿੰਦ ਸਿੰਘ ਨੇ ਲਿਖੀ ਹੈ। ਇਸ ਮਸਲੇ 'ਤੇ ਕਹਿੰਦੇ ਵੀ ਸਾਡੀ ਸਹਿਮਤੀ ਨਹੀਂ। ਕੀ ਕਹਿਣਾ ਚਾਹੁੰਦੇ ਹੋ? ਮੈਂ ਇਸ ਮਸਲੇ ਤੇ ਕੁਝ ਨਹੀਂ ਬੋਲਣਾ ਚਾਹੁੰਦਾ ਜੀ। ਮੇਰੇ ਲਈ ਸਾਰੇ ਧਰਮਾਂ ਦਾ ਸਤਿਕਾਰ ਹੈ। ਗੁਰੂ ਗ੍ਰੰਥ ਸਾਹਿਬ ਦਾ ਮੈਂ ਇਸ਼ੂ ਇਸ ਕਰਕੇ ਚੁੱਕਿਆ ਕਿ ਮੇਰੀ ਵੀ ਥਾਂ ਸ਼ਰਧਾ ਹੈ, ਮੈਂ ਵੀ ਗੁਰਦੁਆਰੇ ਦੇ ਵਿੱਚ ਜਾਂਦਾ ਵਾਂ, ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਬੜਾ ਵੱਡਾ ਖਿਲਵਾੜ ਹੈ। 2015 ਦੇ ਵਿੱਚ 2 ਸਰੂਪ ਚੋਰੀ ਹੁੰਦੇ ਨੇ, ਔਰ ਉਹਨਾਂ ਦੀ ਮਤਲਬ ਬੇਅਦਬੀ ਹੁੰਦੀ ਹੈ ਤੇ ਸਾਰੇ ਪੰਜਾਬ 'ਚ ਅੱਗ ਲੱਗ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ ਹੈ। ਤੇ ਅੱਜ 328 ਗਾਇਬ ਨੇ। ਮੈਂ ਇਸ ਕਰਕੇ ਮੁੱਦਾ ਚੁੱਕਿਆ ਕਿ ਲੋਕਾਂ ਦੀਆਂ ਫੀਲਿੰਗਸ ਦੇ ਕਰਕੇ, ਲੋਕਾਂ ਦੀਆਂ ਫੀਲਿੰਗਸ ਕੇਵਲ ਮਤਲਬ ਸਿੱਖਾਂ ਦੀਆਂ ਨਹੀਂ, ਹਿੰਦੂ ਮੁਸਲਮਾਨ ਸਾਰਿਆਂ ਦੀਆਂ ਜਿਹੜੀਆਂ ਫੀਲਿੰਗਸ ਨੇ, ਭਾਵਨਾਵਾਂ ਨੇ, ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਨੇ। ਬਾਕੀ ਦੂਜੇ ਵਿਵਾਦ ਦੀ ਤੁਸੀਂ ਗੱਲ ਕਰਦੇ ਹੋ, ਉਹਦੇ ਬਾਰੇ ਮੈਨੂੰ ਕੋਈ ਬਹੁਤੀ ਨੌਲੇਜ ਨਹੀਂ ਜੀ ਹੈਗੀ। ਹਾਂਜੀ, ਜਿਵੇਂ ਆਮ ਕੋਈ ਸਿੱਖ ਤੋਂ ਛੋਟੀ ਜਿਹੀ ਗਲਤੀ ਹੋ ਜਾਂਦੀ ਹੈ ਨਾ, ਅਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਉਸੇ ਤਰ੍ਹਾਂ ਜਿਹੜਾ ਸੁੱਚਾ ਸਿੰਘ ਲੰਗਾਹ ਦੇ ਬਾਰੇ ਮਾਮਲੇ 'ਚ ਵੀ ਜਿਹੜਾ ਸਜ਼ਾ ਦਿੱਤੀ ਗਈ, ਉਹਨੂੰ ਪੰਥ 'ਚੋਂ ਛੇਕਿਆ ਗਿਆ। ਪਰ ਇੱਕ ਗੁਰਦੁਆਰਾ ਸਾਹਿਬ 'ਚ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ। ਹੁਣ ਕੱਲ੍ਹ ਇੱਕ ਖਬਰ ਲੱਗੀ ਸੀ ਵੀ ਜਿਹੜਾ ਹੈਗਾ ਉਹਨੂੰ ਗੁਰਦਾਸ ਨੰਗਲਗੜੀ ਜਿਹੜਾ ਗੁਰਦੁਆਰਾ ਸਾਹਿਬ ਹੈ, ਉੱਥੇ 21 ਦਿਨਾਂ ਦੀ ਜਿਹੜੀ ਉਹਨੇ ਸੇਵਾ ਪੂਰੀ ਕਰਤੀ ਅਤੇ ਉਹਨਾਂ ਲੋਕਾਂ ਨੇ ਅੰਮ੍ਰਿਤ ਛਕਾਇਆ ਸੀਗਾ। ਅਤੇ ਵਾਰ-ਵਾਰ ਅਕਾਲ ਤਖਤ ਸਾਹਿਬ ਕਿਤੇ ਸੁੱਚਾ ਸਿੰਘ ਲੰਗਾਹ ਆਉਂਦੇ ਆ। ਕੱਲ੍ਹ ਉਹਨਾਂ ਦਾ ਬੇਟਾ ਵੀ ਆ ਕੇ ਗਿਆ। ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ 'ਤੇ? ਦੇਖੋ, ਅਕਾਲ ਤਖਤ ਵੱਲੋਂ ਮੇਰੇ ਮੰਨਣ ਮੁਤਾਬਕ ਸਜ਼ਾ ਉਹਨਾਂ ਲੋਕਾਂ ਨੂੰ ਸੁਣਾਈ ਜਾਂਦੀ ਹੈ ਜਿਹੜੇ ਬਾਦਲ ਵਿਰੋਧੀ ਹੁੰਦੇ ਨੇ, ਔਰ ਸੁੱਚਾ ਸਿੰਘ ਲੰਗਾਹ ਨੂੰ ਬੜੀ ਮਤਲਬ ਬੱਜਰ ਗੁਨਾਹ ਦੀ SGPC ਮੈਂਬਰ, ਬਾਕੀ ਦੁਨੀਆ ਬੜੇ ਕਰਮ ਇਹੋ ਜਿਹੇ ਕਰਦੀ ਹੋਊਗੀ। ਇੱਕ SGPC ਦਾ ਮੈਂਬਰ ਹੋਵੇ, ਮੈਂ ਸਿਆਸਤ ਨਾਲ ਨਾ ਜੋੜਿਆ ਜਾਵੇ, ਧਰਮ ਦੇ ਨਾਂ ਦੇ ਉੱਤੇ ਮਤਲਬ ਉਹ ਚੁਣਿਆ ਗਿਆ ਹੋਵੇ ਅਤੇ ਉਹਦੇ ਵੱਲੋਂ ਇਹੋ ਜਿਹਾ ਬੱਜਰ ਗੁਨਾਹ ਹੋਇਆ ਸੀਗਾ, ਜਿਹਦੇ 'ਤੇ ਅਕਾਲ ਤਖਤ ਨੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਸੀਗਾ। ਕਿੰਨੇ ਕੁ ਛੇਕੇ ਰਹੇ, ਕਿਹੜਾ ਬੰਦਾ ਉਹਨਾਂ ਦੇ ਨਾਲ ਜਿਹੜੇ ਜਥੇਦਾਰ ਨਹੀਂ ਫਿਰਦੇ ਰਹੇ, ਉਹਨਾਂ ਦੇ ਨਾਲ ਹਰ ਸਮਾਗਮਾਂ 'ਤੇ ਜਾਂਦੇ ਰਹੇ ਨੇ, ਕਿੰਨੀਆਂ ਫੋਟੋਆਂ ਅਖਬਾਰਾਂ 'ਚ ਆਉਂਦੀਆਂ ਨੇ। ਮੈਂ ਫਿਰ ਕਹਿੰਦਾ ਇਹ ਸਖਤੀ ਉਹਨਾਂ ਲੋਕਾਂ 'ਤੇ ਕੀਤੀ ਜਾਂਦੀ ਹੈ ਜਿਹੜੇ ਬਾਦਲ ਵਿਰੋਧੀ ਨੇ। ਔਰ ਜਿਹੜਾ ਕੇਸ ਉਹਨਾਂ ਦੇ ਉੱਤੇ ਹੋਇਆ ਸੀਗਾ, ਜਿਹੜਾ ਉਹ ਔਰਤ ਵੱਲੋਂ ਕੇਸ ਕਰਾਇਆ ਗਿਆ ਸੀ, ਇਹ ਦੁਨੀਆ ਹੈ। ਇੱਥੇ ਕਈਆਂ ਦੇ ਉੱਤੇ ਕਤਲ ਦਾ ਕੇਸ ਹੁੰਦਾ, ਕਿਸੇ ਦੇ ਉੱਤੇ ਬਲਾਤਕਾਰ ਦਾ ਹੁੰਦਾ। ਉਸ ਤੋਂ ਬਾਅਦ ਲੜਕੀਆਂ ਵਾਲਿਆਂ 'ਤੇ ਕੋਈ ਦਬਾਅ ਪਾ ਕੇ, ਕੋਈ ਪੈਸੇ ਦੇ ਨਾਲ ਜਿਹੜੀਆਂ ਕੋਟਾਂ ਬਣੀਆਂ ਨੇ ਉਹਨਾਂ ਦੇ ਵਿੱਚੋਂ, ਕਿਉਂਕਿ ਉਹਨੇ ਗਵਾਹਾਂ ਦੇ ਸਿਰ 'ਤੇ ਕੰਮ ਕਰਨਾ ਹੁੰਦਾ, ਉੱਥੋਂ ਬਰੀ ਕਰ ਦਿੱਤਾ ਜਾਂਦਾ। ਮੈਂ ਕਹਿੰਦਾ ਕਿ ਉੱਥੇ ਉਹ ਜਨਾਨੀ ਮੁੱਕਰ ਗਈ, ਕੇਸ ਖਤਮ ਹੋ ਗਿਆ, ਅਕਾਲ ਤਖਤ ਸਾਹਿਬ ਤੋਂ ਛੇਕਿਆ ਗਿਆ ਸੀ। ਕੀ ਸੁੱਚਾ ਸਿੰਘ ਲੰਗਾਹ ਕਹਿੰਦੇ ਨੇ ਕਿ ਉਹ ਗਲਤੀ ਮੇਰੀ ਨਹੀਂ ਸੀ ਜਾਂ ਉਸ ਵੀਡੀਓ ਦੇ ਵਿੱਚ ਮੈਂ ਨਹੀਂ ਸੀਗਾ? ਉੱਥੋਂ ਤੇ ਤੁਸੀਂ ਬਚ ਗਏ ਹੋ। ਦੁਨੀਆ ਦੇ ਇਕੱਲੇ ਫੋਨ ਦੇ ਵਿੱਚ ਚੱਲੀ ਆ, ਤੁਸੀਂ ਕਿਸ ਤਰ੍ਹਾਂ ਮੁਨਕਰ ਹੋ ਸਕਦੇ ਹੋ? ਇਹ ਖੇਡਾਂ ਖੇਡੀਆਂ ਜਾ ਰਹੀਆਂ। 2-3 ਵਾਰੀ ਉਹ ਅਕਾਲ ਤਖਤ ਦੇ ਉੱਤੇ ਉਹਨਾਂ ਐਪਲੀਕੇਸ਼ਨ ਦਿੱਤੀ, ਉਹ ਹੱਲ ਨਹੀਂ ਲੱਭਿਆ, ਤੇ ਦੂਜੇ ਤਰੀਕੇ ਕੋ ਹੱਲ ਲੱਭ ਲਿਆ। ਇਹਨਾਂ ਲੋਕਾਂ ਦੇ ਉੱਤੇ ਤੇ ਜ਼ਿਆਦਾ ਸਖਤੀ ਕਰਨੀ ਚਾਹੀਦੀ ਤੇ ਮਿਸਾਲ ਪੈਦਾ ਕਰਨੀ ਚਾਹੀਦੀ ਹੈ। ਮੈਂ ਫਿਰ ਕਹਿੰਦਾ ਕਿ ਜਿੱਥੇ ਇਹਨਾਂ ਦੀ ਮਰਜ਼ੀ ਹੈ, ਜਿੱਥੇ ਇਹਨਾਂ ਨੂੰ ਪਤਾ ਵੀ ਸਾਡਾ ਵੋਟ ਬੈਂਕ ਹੈ, ਕੁਛ ਵੀ ਹੈ, ਉਹਨਾਂ ਲਈ ਇਹਨਾਂ ਦਾ ਕਾਨੂੰਨ ਵੱਖਰਾ। ਹਿੰਦੁਸਤਾਨ 'ਚ ਅਕਾਲ ਤਖਤ 'ਤੇ ਵੀ 2 ਕਾਨੂੰਨ ਚੱਲਦੇ ਨੇ ਭਾਰਤ ਦੇ ਵਿੱਚ, ਤੇ ਜਿਹੜਾ ਮਤਲਬ ਸਾਡੀ IPC ਉਹਦੇ ਵਿੱਚ ਵੀ 2 ਚੱਲਦੇ ਨੇ। ਗਰੀਬਾਂ ਲਈ ਕਾਨੂੰਨ ਵੱਖਰਾ। ਵੱਡੇ ਲੋਕਾਂ ਦਾ ਬੱਚਾ ਕੋਈ ਮਾੜਾ ਕੰਮ ਕਰ ਦੇਵੇ, ਕੋਈ ਬਲਾਤਕਾਰ ਕਰ ਦੇਵੇ, ਕਤਲ ਕਰ ਦੇਵੇ, ਮੇਰੇ ਖਿਆਲ ਉਹਨੂੰ ਜੇਲ੍ਹ ਜਾਣ ਦੀ ਲੋੜ ਹੀ ਨਹੀਂ ਪੈਂਦੀ। ਉਹਦੀ ਅੱਧੀ ਕੁ ਜੇਲ੍ਹ ਹਸਪਤਾਲਾਂ 'ਚ ਨਿਕਲ ਜਾਂਦੀ ਹੈ, ਅੱਧੀ ਕੁ ਛੁੱਟੀਆਂ ਦੇ ਵਿੱਚ ਨਿਕਲ ਜਾਂਦੀ ਹੈ। ਗਰੀਬ ਦਾ ਬੱਚਾ ਕਿਸੇ ਨੂੰ ਮਾਰ ਦੇਵੇ ਜਾਂ ਉਹਦੇ ਕੋਲ ਇਹੋ ਜਿਹਾ ਬੱਜਰ ਗੁਨਾਹ ਹੋਵੇ, ਤੇ ਮੇਰੇ ਖਿਆਲ ਉਹ ਜੇਲ੍ਹ ਦੇ ਵਿੱਚ ਰੋਟੀਆਂ ਲਾਉਂਦੇ ਮਰ ਜਾਂਦੇ ਨੇ ਸਾਰੀ ਉਮਰ, ਤੇ ਲੋਕਾਂ ਦੇ ਭਾਂਡੇ ਮਾਂਜਦੇ ਮਰ ਜਾਂਦੇ ਨੇ। ਇਹ ਦੋਹਰਾ ਕਾਨੂੰਨ ਹੈ। ਇਸੇ ਤਰੀਕੇ ਇੱਥੇ ਵੀ ਚੱਲਿਆ ਜਾਂਦਾ। ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਕਿਤੇ ਕਿਸੇ ਦਾ ਵੀ ਗੁਨਾਹ ਹੈ, ਇੱਕ
ਇੱਕ ਤਰ੍ਹਾਂ ਦਾ ਫੈਸਲਾ ਲਿਆ ਜਾਵੇ ਔਰ ਬੜੀ ਦਲੇਰੀ ਨਾਲ ਲਿਆ ਜਾਵੇ। ਬੜੀ ਉੱਚੀ ਸੰਸਥਾ ਹੈ, ਤੁਸੀਂ ਇਹਦੀ ਬਦਨਾਮੀ ਨਾ ਕਰੋ ਅਕਾਲ ਤਖਤ ਦਾ ਜਥੇਦਾਰ ਹੋਣ ਦੀ। ਮਤਲਬ ਇਹ ਜਿਹੜੀ ਸੰਸਥਾ ਦੇ ਉੱਤੇ ਜਿਹੜਾ ਐਡਾ ਵੱਡਾ ਮਤਲਬ ਸਾਡਾ ਅਦਾਰਾ ਹੈ, ਜਿੱਥੇ ਸਾਡਾ ਸਾਰਿਆਂ ਦਾ ਸੀਸ ਝੁਕਦਾ, ਕੌਮ ਦਾ ਮਤਲਬ ਸਭ ਤੋਂ ਵੱਡੀ ਉਹਨੂੰ ਮੰਨਿਆ ਜਾਂਦਾ ਹੈ, ਤੇ ਤੁਸੀਂ ਉੱਥੇ ਬਹਿ ਕੇ ਜਦੋਂ ਇਹੋ ਜਿਹੀਆਂ ਤੁਹਾਡਾ ਵੀ ਲੋਕੀ ਵਿਰੋਧ ਲਿਖਦੇ ਨੇ, ਸਾਡੇ ਵਰਗੇ ਬੰਦਿਆਂ ਨੂੰ ਵੀ ਬੋਲਣਾ ਪੈਂਦਾ। ਦਿਲੋਂ ਸਾਨੂੰ ਖੁਸ਼ੀ ਨਹੀਂ ਹੁੰਦੀ, ਪਰ ਕਿਤੇ ਨਾ ਕਿਤੇ ਮਨ ਦੁਖਦਾ ਜੇ ਨਹੀਂ ਬੋਲਾਂਗੇ ਤੇ ਤੁਹਾਡਾ ਚਿਹਰਾ ਨੰਗਾ ਨਹੀਂ ਹੋਣਾ ਲੋਕਾਂ ਦੇ ਸਾਹਮਣੇ। ਅਖੀਰ ਵਿੱਚ ਸਾਨੂੰ ਇਹ ਦੱਸੋ, ਜਿਵੇਂ ਕੈਪਟਨ ਸਾਹਿਬ ਨੇ ਨਾ ਮਤਲਬ ਸਰਕਾਰ ਬਣਾਉਣ ਤੋਂ ਪਹਿਲਾਂ ਅਨੇਕਾਂ ਵਾਅਦੇ ਕੀਤੇ, ਆਪਾਂ ਸਾਰੇ ਛੱਡ ਦਈਏ, ਕੋਈ ਵੀ ਨਹੀਂ ਪੂਰਾ ਹੋਇਆ, ਨਾ ਬੇਅਦਬੀ ਦਾ ਪੂਰਾ ਹੋਇਆ, ਨਾ ਘਰ ਘਰ ਨੌਕਰੀ ਦਾ ਹੋਇਆ, ਨਾ ਕਿਸਾਨਾਂ ਦੇ ਕਰਜ਼ਿਆਂ ਦੇ ਮਾਫੀ ਦਾ ਹੋਇਆ, ਨਾ ਹੋਰ ਨਸ਼ੇ ਦਾ ਲਾ ਲਈਏ। ਤੁਹਾਨੂੰ ਕੀ ਲੱਗਦਾ ਹੁਣ ਨਸ਼ੇ ਦੀ ਜੋ ਤਰਨਤਾਰਨ ਸਾਹਿਬ ਜਾਂ ਹੋਰ ਜਗ੍ਹਾ 'ਤੇ ਮਾਰੇ ਗਏ ਲੋਕ, ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜਾ ਹੈਗੇ ਆ ਲੋਕਾਂ ਨੂੰ ਫੜਿਆ ਜਾ ਰਿਹਾ, ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਪੁਲਿਸ ਨੂੰ ਇਸ ਚੀਜ਼ ਦਾ, SHO ਨੂੰ, ਆਪਦੇ ਸੰਬੰਧਿਤ SSP ਨੂੰ ਆਪਦੇ ਜ਼ਿਲ੍ਹੇ 'ਚ ਪਤਾ ਨਹੀਂ ਹੁੰਦਾ ਵੀ ਕੌਣ ਕੌਣ ਵੇਚਦਾ? ਸਾਰਾ ਕੁਝ ਪਤਾ ਹੁੰਦਾ ਜੀ, ਜਦੋਂ ਪੁਲਿਸ ਮਹੀਨੇ ਲੈਂਦੀ ਉਦੋਂ ਇਹਨਾਂ ਨੂੰ ਪਤਾ ਨਹੀਂ ਹੁੰਦਾ। ਹੁਣ ਵੀ ਜਿੰਨੀ ਸਖਤੀ ਕੀਤੀ ਗਈ ਹੈ, ਜੇ 10,000 ਮਹੀਨਾ ਆਉਂਦਾ ਸੀ ਤੇ 15,000 ਹੋ ਜਾਣਾ। ਹਰ ਸਖਤੀ ਦਾ ਇਹੋ ਕੰਮ ਹੁੰਦਾ ਵੀ ਕਿਸੇ ਚੀਜ਼ ਦੇ ਉੱਤੇ ਜ਼ਿਆਦਾ ਪਾਬੰਦੀ ਲੱਗੇ ਤੇ ਉਹਨੇ ਮਹਿੰਗੇ ਰੇਟ 'ਤੇ ਵਿਕਦੀ ਹੈ ਤੇ ਉਹਨੇ ਵੱਧ ਮਹੀਨੇ ਜਾਂਦੇ ਨੇ। 150 ਮੌਤ ਹੋ ਗਈ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਗੁਟਕਾ ਫੜ ਕੇ, ਮਤਲਬ ਗੁਟਕਾ ਸਾਹਿਬ ਫੜ ਕੇ ਹੱਥ 'ਚ ਸਹੁੰ ਖਾਧੀ ਸੀ, ਮੈਂ ਪੰਜਾਬ ਨਸ਼ਾ ਮੁਕਤ ਕਰਨਾ, ਤੇ ਅੱਜ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੇਰਾ ਸੂਬਾ ਹੀ ਨਸ਼ੇ ਦੇ ਸਿਰ ਤੇ ਚੱਲਦਾ, ਸ਼ਰਾਬ ਵਿਕਦੀ ਆ ਤੇ ਮੈਂ ਤਨਖਾਹਾਂ ਦਿੰਦਾ ਵਾਂ। ਕਿੱਥੇ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੁਹਾਡੇ ਵਿਚਾਰ ਕੁਝ ਹੋਰ ਹੁੰਦੇ ਨੇ। ਮੇਰੀ ਵੀ ਇੱਕ ਦਿਨ ਗੱਲ ਹੋਈ ਸੀ, ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਕਿ ਮੇਰੇ ਨਾਲੋਂ ਬੜੇ ਵੱਡੇ ਹੋ ਤੁਸੀਂ, ਮਤਲਬ ਉਮਰ ਦੇ ਵਿੱਚ ਵੀ ਵੱਡੇ ਹੋ, ਜਿੰਨੀ ਕੁ ਮੇਰੀ ਉਮਰ ਹੈ। ਤੁਹਾਡਾ ਤੇ ਸਾਰ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਸਫ਼ਰ ਉਹਨਾਂ ਹੋਣਾ, ਤੁਸੀਂ ਸਿਆਸਤ ਦੀਆਂ ਯੂਨੀਵਰਸਿਟੀਆਂ ਹੋ, ਲੋਕਾਂ ਨੂੰ ਇਸ ਤਰੀਕੇ ਉਲਝਾਓ ਨਾ। ਤੁਸੀਂ ਮਤਲਬ ਨੌਕਰੀਆਂ ਦਾ ਵਾਅਦਾ ਕੀਤਾ, ਕੋਈ ਗੱਲ ਨਹੀਂ, ਇਹ ਰੂਟੀਨ 'ਚ ਵਾਅਦੇ ਚੱਲਦੇ ਨੇ, ਮਤਲਬ ਅਸੀਂ ਲੋਕ ਸੁਣਨ ਦੇ ਆਦੀ ਹਾਂ ਤੇ ਭੰਬਲ ਭੂਸਿਆਂ 'ਚ ਪੈਂਦੇ ਹਾਂ। ਤੁਸੀਂ ਡਿਵੈਲਪਮੈਂਟ ਦਾ ਵਾਅਦਾ ਕੀਤਾ, ਕੋਈ ਗੱਲ ਨਹੀਂ। ਤੁਸੀਂ ਸਮਾਰਟਫੋਨ ਵੰਡਣ ਦਾ ਵਾਅਦਾ ਕੀਤਾ, ਕੋਈ ਗੱਲ ਨਹੀਂ। ਤੁਸੀਂ ਕਰਜ਼ੇ ਮਾਫ ਕਰਨ ਦਾ ਕੀਤਾ, ਕੋਈ ਗੱਲ ਨਹੀਂ। ਕਮ ਸੇ ਕਮ ਜਿਹੜਾ ਗੁਰੂ ਮਹਾਰਾਜ ਦੀ ਸਹੁੰ ਖਾ ਕੇ ਵਾਅਦਾ ਕੀਤਾ, ਤੁਹਾਡੇ ਪਰਿਵਾਰ ਦਾ ਇਤਿਹਾਸ ਲਿਖਿਆ ਗਿਆ ਹੈ ਕਿ 6ਵੇਂ ਪਾਤਸ਼ਾਹ ਨੇ ਤੁਹਾਡੇ ਪਿੰਡ ਜਾ ਕੇ, ਜਿਹੜਾ ਬਠਿੰਡੇ ਜ਼ਿਲ੍ਹੇ 'ਚ ਪੈਂਦਾ, ਤੁਹਾਨੂੰ ਆਸ਼ੀਰਵਾਦ ਦਿੱਤਾ ਸੀ, ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਰਜਵਾੜੇ ਸ਼ਾਹੀ ਸ਼ੁਰੂ ਹੋਈ ਸੀ। ਕਮ ਸੇ ਕਮ ਉਹਨਾਂ ਦਾ ਕਰਜ਼ਾ ਹੀ ਲਾਹ ਦਿਓ। ਤੁਸੀਂ ਸਹੁੰ ਖਾ ਕੇ ਜਿਹੜੇ 2 ਵਾਅਦੇ ਕੀਤੇ ਸੀਗੇ, ਵੱਡੇ ਜਿਹੜੇ ਮਗਰਮੱਛ ਸੀ ਉਹਨਾਂ ਨੂੰ ਅੰਦਰ ਦੇਣ ਦੇ ਤੇ ਬੇਅਦਬੀ ਦੇ ਉੱਤੇ ਇਨਸਾਫ ਦਿਵਾਉਣ ਦਾ, ਅੱਜ ਕੁਝ ਵੀ ਨਹੀਂ ਹੋ ਰਿਹਾ। ਇਹ 2 ਵਾਅਦੇ ਪੂਰੇ ਕਰ ਦਿਓ, ਕਿਤੇ ਨਾ ਕਿਤੇ ਪੰਜਾਬੀਆਂ ਦੇ ਮਨ 'ਚ ਤੁਹਾਡੀ ਇੱਜ਼ਤ ਵਧੂਗੀ। ਸਾਨੂੰ ਪਤਾ ਸਾਡਾ ਵਿਕਾਸ ਕਿਸੇ ਨੇ ਨਹੀਂ ਕਰਾਉਣਾ, ਸਾਡੇ ਬੱਚਿਆਂ ਨੂੰ ਨੌਕਰੀਆਂ ਕਿਸੇ ਨੇ ਨਹੀਂ ਦੇਣੀਆਂ, ਬੱਚੇ ਧੜਾ ਧੜ ਬਾਹਰ ਜਾ ਰਹੇ ਨੇ, ਪਰ ਇਹ ਜਿਹੜੇ ਤੁਸੀਂ 2 ਵਾਅਦੇ ਕੀਤੇ ਸੀ, ਇਹਨਾਂ ਦੇ ਉੱਤੇ ਪਹਿਰਾ ਦਿਓ, ਇਹਨਾਂ ਨੂੰ ਪੂਰੇ ਕਰੋ। ਨਹੀਂ ਤੇ ਲੋਕਾਂ ਦੇ ਮਨ ਦੇ ਵਿੱਚੋਂ ਕਿਤੇ ਨਾ ਕਿਤੇ ਤੁਹਾਡੇ ਪ੍ਰਤੀ ਜਿੰਨੀ ਕੁ ਸਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨਫ਼ਰਤ ਸੀਗੀ, ਜਾਂ ਉਹਦੇ ਬੇਟੇ ਕਰਕੇ ਜੋ ਕਤਾਈਆਂ ਹੁੰਦੀਆਂ ਰਹੀਆਂ, ਤੁਹਾਡੇ ਲਈ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਨਫ਼ਰਤ ਵੱਧ ਰਹੀ ਹੈ। ਕਿਸੇ ਦਾ ਵੀ ਕਿਸੇ ਪੋਲੀਟੀਸ਼ੀਅਨ ਤੇ ਯਕੀਨ ਨਹੀਂ ਰਹੂਗਾ। ਇਹ ਕੋਈ ਚੰਗਾ ਸੰਕੇਤ ਨਹੀਂ ਹੈਗਾ ਅੱਗੇ ਤੋਂ। ਸਾਡੇ ਨਾਲ ਗੱਲਬਾਤ ਕਰ ਰਹੇ ਸਨ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਜੀ, ਜਿਨ੍ਹਾਂ ਨੇ ਕੁਝ ਗੰਭੀਰ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਨੇ। ਤੇ ਅਗਲੀ ਵਾਰ ਫਿਰ ਕਿਸੇ ਮੁੱਦੇ ਨੂੰ ਲੈ ਕੇ ਕਿਸੇ ਵਿਸ਼ੇਸ਼ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਪੰਜਾਬ ਲੋਕਮਤ TV। ਧੰਨਵਾਦ।